ਇਹ ਕਹਾਣੀ ਗਾਜ਼ੀਆਬਾਦ ਦੀ ਆ। ਰਾਤ ਨੂੰ ਮੇਰੇ ਜੇਠ ਜੀ ਦੇ ਕਮਰੇ ਵਿੱਚੋਂ ਚੀਕਾਂ ਦੀ ਆਵਾਜ਼ ਆਉਂਦੀ। ਮੇਰੀ ਜਠਾਣੀ ਕਦੋਂ ਦੀ ਮਰ ਚੁੱਕੀ ਸੀ। ਜੇਠ ਜੀ ਦਾ ਰਾਜ ਜਾਣਨ ਲਈ ਮੈਂ ਉਹਨਾਂ ਦੇ ਕਮਰੇ ਵਿੱਚ ਛੁਪ ਗਈ। ਫਿਰ ਜੇਠ ਜੀ ਨੇ ਜੋ ਕੀਤਾ, ਹੇ ਰੱਬਾ, ਜਦੋਂ ਮੈਂ ਪਹਿਲੀ ਵਾਰ ਦਿਲ ਦਹਿਲਾਉਣ ਵਾਲੀਆਂ ਚੀਕਾਂ ਦੀ ਆਵਾਜ਼ ਸੁਣੀ ਤਾਂ ਮੈਂ ਪੂਰੀ ਤਰ੍ਹਾਂ ਘਬਰਾ ਗਈ। ਮੈਂ ਗਹਿਰੀ ਨੀਂਦ ਵਿੱਚ ਹੜਬੜਾ ਕੇ ਉੱਠੀ ਤੇ ਚੀਕਣ ਚਲਾਉਣ ਦੀਆਂ ਆਵਾਜ਼ਾਂ ਪੂਰੀ ਹਵੇਲੀ ਵਿੱਚ ਗੂੰਜ ਰਹੀਆਂ ਸੀ। ਉਸ ਸਮੇਂ ਚਾਰੇ ਪਾਸੇ ਸ਼ਰਨਾਟਾ ਸੀ। ਮੇਰੇ ਕਮਰੇ ਵਿੱਚ ਹਨੇਰਾ ਸੀ। ਮੈਂ ਆਪਣੇ ਹੱਥ ਦੇ ਨਾਲ ਸਾਈਡ ਟੇਬਲ ਤੋਂ ਲੈਂਪ ਜਗਾਇਆ ਤੇ ਘੜੀ ਦੀ ਤਰਫ ਦੇਖਿਆ ਤਾਂ ਰਾਤ ਦਾ 1 ਵੱਜ ਚੁੱਕਿਆ ਸੀ। ਮੈਂ ਹੈਰਾਨ ਸੀ ਕਿ ਮੇਰੇ ਨਾਲ ਪਏ ਮੇਰੇ ਪਤੀ ਪੰਕਜ ਗਹਿਰੀ ਨੀਂਦ ਵਿੱਚ ਸੁੱਤੇ ਪਏ ਸੀ। ਇੰਨੇ ਸ਼ੋਰ ਵਿੱਚ ਉਹਨਾਂ ਨੂੰ ਨੀਂਦ ਕਿਵੇਂ ਆ ਸਕਦੀ ਸੀ? ਕੱਲ੍ਹ ਹੀ ਮੈਂ ਪੰਕਜ ਦੀ ਪਤਨੀ ਬਣ ਕੇ ਇਸ ਘਰ ਵਿੱਚ ਆਈ ਸੀ। ਮੇਰਾ ਵਿਆਹ ਬੜੀ ਹੀ ਧੂਮ-ਧਾਮ ਨਾਲ ਪੰਕਜ ਨਾਲ ਹੋਇਆ ਸੀ। ਮੈਂ ਬਹੁਤ ਹੀ ਅਮੀਰ ਖਾਨਦਾਨ ਦੀ ਬਹੂ ਬਣੀ ਸੀ। ਮੈਂ ਵੀ ਇੱਕ ਅਮੀਰ ਖਾਨਦਾਨ 'ਚੋਂ ਸੀ। ਮੇਰੇ ਸੱਸ ਸਹੁਰਾ ਕਦੋਂ ਦੇ ਮਰ ਚੁੱਕੇ ਸੀ। ਜੇਠ ਜੀ ਬਹੁਤ ਦੇਖ-ਰੇਖ ਵਾਲੇ ਇਨਸਾਨ ਸੀ। ਮੈਂ ਉਹਨਾਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਮੇਰੀ ਪੰਕਜ ਨਾਲ ਲਵ ਮੈਰਿਜ ਹੋਈ ਸੀ। ਮੇਰੇ ਵਿਆਹ ਦੀ ਪਹਿਲੀ ਰਾਤ ਸੀ ਤਾਂ ਮੈਂ ਉਸ ਰਾਤ ਲੜਕੀ ਦੀਆਂ ਚੀਕਾਂ ਦੀ ਆਵਾਜ਼ ਸੁਣੀ, ਜਿਵੇਂ ਉਹ ਆਪਣੀ ਮਦਦ ਲਈ ਕਿਸੇ ਨੂੰ ਪੁਕਾਰ ਰਹੀ ਹੋਵੇ। ਪਹਿਲਾਂ ਤਾਂ ਮੈਂ ਸੋਚਿਆ ਕਿ ਕਮਰੇ ਦੇ ਬਾਹਰ ਜਾ ਕੇ ਦੇਖਾਂ ਕੌਣ ਆ, ਕਿਸ ਦੀ ਆਵਾਜ਼ ਆ ਜੋ ਇਸ ਵਕਤ ਚਲਾ ਰਿਹਾ। ਲੇਕਿਨ ਮੈਨੂੰ ਵਿਆਹ ਕੇ ਆਈ ਨੂੰ ਸਿਰਫ 1 ਦਿਨ ਹੀ ਹੋਇਆ ਸੀ। ਕਿਵੇਂ ਮੂੰਹ ਉਠਾ ਕੇ ਕਮਰੇ ਦੇ ਬਾਹਰ ਚਲੀ ਜਾਂਦੀ। ਅੱਧਾ ਘੰਟਾ ਇਹ ਆਵਾਜ਼ ਗੂੰਜਦੀ ਰਹੀ। ਉਸ ਦੇ ਬਾਅਦ ਉਹ ਸ਼ਾਂਤੀ ਛਾ ਗਈ। ਮੈਂ ਪੰਕਜ ਦੀ ਨੀਂਦ ਦੇਖ ਕੇ ਹੈਰਾਨ ਹੋ ਰਹੀ ਸੀ ਕਿ ਉਹ ਇੰਨੇ ਸ਼ੋਰ ਵਿੱਚ ਕਿਵੇਂ ਸੁੱਤਾ ਪਿਆ। ਲੇਕਿਨ ਕੁਝ ਟਾਈਮ ਬਾਅਦ ਆਵਾਜ਼ ਆਉਣੀ ਇਸ ਤਰ੍ਹਾਂ ਬੰਦ ਹੋਈ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮੈਂ ਦੁਬਾਰਾ ਤੋਂ ਪੈ ਗਈ, ਪਰ ਮੇਰੀਆਂ ਅੱਖਾਂ ਵਿੱਚੋਂ ਨੀਂਦ ਉੱਡ ਗਈ। ਮੇਰਾ ਬਾਰ-ਬਾਰ ਦਿਮਾਗ ਉਸ ਚਲਾਉਣ ਵਾਲੀ ਲੜਕੀ ਦੀ ਤਰਫ ਜਾ ਰਿਹਾ ਸੀ। ਕੌਣ ਸੀ ਉਹ? ਉਸ ਦੀ ਆਵਾਜ਼ ਮੈਨੂੰ ਇਕੱਲੀ ਨੂੰ ਸੁਣਾਈ ਦਿੰਦੀ ਸੀ ਜਾਂ ਬਾਕੀ ਲੋਕ ਜਾਣ-ਬੁੱਝ ਕੇ ਖਾਮੋਸ਼ ਸੀ? ਫਿਰ ਮੈਨੂੰ ਥੋੜ੍ਹਾ ਡਰ ਜਿਹਾ ਮਹਿਸੂਸ ਹੋਣ ਲੱਗਾ, ਕਿਉਂਕਿ ਜਿੱਥੇ ਇਹ ਹਵੇਲੀ ਬਣੀ ਹੋਈ ਸੀ ਉੱਥੇ ਆਸ-ਪਾਸ ਜੰਗਲ ਸੀ। ਮੈਂ ਕੁਝ ਦਿਨਾਂ ਲਈ ਪਿੰਡ ਆਈ ਹੋਈ ਸੀ, ਪਰ ਮੈਂ ਰਹਿਣਾ ਤਾਂ ਸ਼ਹਿਰ ਵਿੱਚ ਹੀ ਸੀ। ਸ਼ਹਿਰ ਵਿੱਚ ਇਹਨਾਂ ਦਾ ਬੰਗਲਾ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਸੀ ਤੇ ਹਵੇਲੀ ਤਾਂ ਇੰਨੀ ਵੱਡੀ ਸੀ ਕਿ ਨਾ ਜਾਣੇ ਕਿੰਨੇ ਕਮਰੇ ਬਣੇ ਹੋਏ ਸੀ। ਮੈਨੂੰ ਤਾਂ ਇਸ ਹਵੇਲੀ ਵਿੱਚ ਘੁੰਮਦੇ ਹੋਏ ਮਹਿਲ ਵਰਗਾ ਲੱਗਣ ਲੱਗਾ ਸੀ। ਇਹਨਾਂ ਦੀ ਅਮੀਰੀ ਦੇਖ ਕੇ ਮੈਂ ਦੰਗ ਰਹਿ ਗਈ। ਇਹ ਸੋਚਦੇ-ਸੋਚਦੇ ਮੈਂ ਕਦੋਂ ਸੌਂ ਗਈ, ਮੈਨੂੰ ਪਤਾ ਹੀ ਨਾ ਲੱਗਾ। ਸਵੇਰੇ ਪੰਕਜ ਪਿਆਰੀ ਜਿਹੀ ਮੁਸਕਾਨ ਲੈ ਕੇ ਮੈਨੂੰ ਉਠਾਉਣ ਲੱਗੇ ਤੇ ਕਹਿਣ ਲੱਗੇ, ਮੈਡਮ ਜੀ, ਇਹ ਦਿੱਲੀ ਨਹੀਂ ਜੋ ਆਰਾਮ ਨਾਲ ਚਾਦਰ ਤਾਣ ਕੇ ਸੁੱਤੀ ਰਹੇਗੀ। ਮੈਂ ਬੈੱਡ ਤੋਂ ਉੱਠ ਕੇ ਬਹਿ ਗਈ। ਪਹਿਲਾਂ ਤਾਂ ਮੈਨੂੰ ਲੱਗਿਆ ਰਾਤ ਵਾਲੀ ਗੱਲ ਦਾ ਸ਼ਾਇਦ ਕੋਈ ਮੈਨੂੰ ਵਹਿਮ ਆ। ਮੈਂ ਇਹ ਗੱਲਾਂ ਸੋਚਦੀ-ਸੋਚਦੀ ਡਰੈਸਿੰਗ ਰੂਮ ਵਿੱਚ ਚਲੀ ਗਈ, ਜੋ ਮੇਰੇ ਕਮਰੇ ਵਿੱਚ ਹੀ ਬਣਿਆ ਹੋਇਆ ਸੀ। ਉੱਥੇ ਪਿਆ ਇੰਨਾ ਭਾਰੀ ਜੋੜਾ ਦੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਫਰੈਸ਼ ਹੋਣ ਤੋਂ ਬਾਅਦ ਬਹੁਤ ਹੀ ਮੁਸ਼ਕਲ ਨਾਲ ਉਹ ਦੁਲਹਨ ਵਾਲਾ ਜੋੜਾ ਪਹਿਨਿਆ ਤਾਂ ਕੁਝ ਲੜਕੀਆਂ ਮੈਨੂੰ ਲੈਣ ਲਈ ਉੱਪਰ ਆਈਆਂ। ਮੈਂ ਸੱਜ-ਧੱਜ ਕੇ ਬਾਹਰ ਆਈ ਤਾਂ ਮੇਰੇ ਜੇਠ ਜੀ ਸਾਹਮਣੇ ਕੁਰਸੀ 'ਤੇ ਬੈਠੇ ਮੈਨੂੰ ਦੇਖ ਕੇ ਮੁਸਕਰਾਉਣ ਲੱਗੇ ਤੇ ਫਿਰ ਮੇਰੇ ਕੋਲ ਆਏ ਤੇ ਕਾਫੀ ਸਾਰੇ ਨੋਟ ਕੱਢ ਕੇ ਮੇਰੇ ਉੱਪਰੋਂ ਵਾਰਨ ਲੱਗੇ। ਪਿੰਡ ਦੀਆਂ ਔਰਤਾਂ ਮੈਨੂੰ ਦੇਖਣ ਲਈ ਆਈਆਂ। ਮੇਰੇ ਜੇਠ ਜੀ ਉਹਨਾਂ ਨੂੰ ਕਹਿਣ ਲੱਗੇ, ਇਹ ਸਾਡੇ ਘਰ ਦੀ ਨਵੀਂ ਮਾਲਕਣ ਆ, ਪੰਕਜ ਦੀ ਪਤਨੀ। ਸਾਰੀਆਂ ਔਰਤਾਂ ਮੈਨੂੰ ਨਮਸਤੇ ਕਰਨ ਲੱਗੀਆਂ। ਮੈਂ ਜ਼ਿਆਦਾ ਦੇਰ ਉੱਥੇ ਰੁਕ ਨਾ ਸਕੀ, ਕਿਉਂਕਿ ਧੁੱਪ ਅਤੇ ਇੰਨੀ ਗਰਮੀ ਨਾਲ ਮੇਰੀ ਹਾਲਤ ਖਰਾਬ ਹੋ ਰਹੀ ਸੀ। ਪੂਰਾ ਦਿਨ ਲਗਾਤਾਰ ਲੋਕਾਂ ਦਾ ਆਉਣ ਜਾਣ ਲੱਗਿਆ ਰਿਹਾ। ਦਿਨ ਭਰ ਦੀ ਥਕਾਨ ਨਾਲ ਮੈਂ ਟੁੱਟ ਕੇ ਚੂਰ ਹੋ ਚੁੱਕੀ ਸੀ ਤੇ ਮੈਨੂੰ ਪੈਂਦਿਆਂ ਹੀ ਨੀਂਦ ਆ ਗਈ। ਜਦੋਂ ਪੰਕਜ ਕਮਰੇ ਵਿੱਚ ਆਏ ਤਾਂ ਮੇਰੀ ਅੱਖ ਖੁੱਲ੍ਹੀ। ਮੈਂ ਉਹਨਾਂ ਨੂੰ ਕਿਹਾ, ਮੈਂ ਅਜਿਹੇ ਮਾਹੌਲ ਵਿੱਚ ਨਹੀਂ ਰਹਿ ਸਕਦੀ। ਇੱਥੋਂ ਦੇ ਅਜੀਬ ਜਿਹੇ ਪਹਿਰਾਵੇ ਅਤੇ ਰਹਿਣ-ਸਹਿਣ ਨਾਲ ਘੁਟਨ ਮਹਿਸੂਸ ਹੁੰਦੀ ਆ। ਮੇਰੀ ਗੱਲ ਸੁਣ ਕੇ ਉਹ ਕਿਸੇ ਗਹਿਰੀ ਸੋਚ ਵਿੱਚ ਪੈ ਗਏ ਤੇ ਫਿਰ ਬੋਲੇ, ਇੰਨੀ ਜਲਦੀ ਤਾਂ ਤੂੰ ਨਹੀਂ ਜਾ ਸਕਦੀ।
ਇੱਥੇ, ਪਰ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ। ਮੈਨੂੰ ਨੀਂਦ ਆ ਰਹੀ ਸੀ। ਇਹ ਸੁਣ ਕੇ ਮੈਂ ਫਿਰ ਸੌਂ ਗਈ। ਰਾਤ ਦੇ ਉਹੀ ਟਾਈਮ ਆਵਾਜ਼ਾਂ ਸੁਣ ਕੇ ਮੇਰੀ ਅੱਖ ਫੇਰ ਖੁੱਲ੍ਹ ਗਈ। ਉਹੀ ਲੜਕੀ ਦੇ ਚੀਕਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੈਂ ਤੁਰੰਤ ਉੱਠ ਕੇ ਬੈਠ ਗਈ ਤੇ ਪੰਕਜ ਨੂੰ ਵੀ ਜਗਾ ਦਿੱਤਾ। ਮੈਂ ਉਸ ਨੂੰ ਕਿਹਾ, ਪੰਕਜ, ਕਿਸੇ ਦੇ ਚੀਕਣ ਦੀ ਆਵਾਜ਼ ਆ ਰਹੀ ਆ। ਮੇਰੀ ਗੱਲ ਸੁਣ ਕੇ ਪੰਕਜ ਨਜ਼ਰਾਂ ਚੁਰਾਉਣ ਲੱਗਾ ਤੇ ਕਹਿਣ ਲੱਗਿਆ, ਮੈਨੂੰ ਤਾਂ ਕੁਝ ਨਹੀਂ ਸੁਣ ਰਿਹਾ। ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਇਹ ਕਿਵੇਂ ਹੋ ਸਕਦਾ? ਮੈਨੂੰ ਤਾਂ ਕਿਸੇ ਲੜਕੀ ਦੇ ਚਿਲਾਉਣ ਦੀ ਆਵਾਜ਼ ਆ ਰਹੀ, ਲੇਕਿਨ ਪੰਕਜ ਨੂੰ ਨਹੀਂ ਆ ਰਹੀ। ਪੰਕਜ ਬੋਲਿਆ, ਮੈਨੂੰ ਨੀਂਦ ਆ ਰਹੀ ਆ, ਪਰੇਸ਼ਾਨ ਨਾ ਕਰ। ਇਹ ਕਹਿ ਕੇ ਉਹ ਸੌਂ ਗਿਆ। ਮੇਰਾ ਡਰ ਦੇ ਮਾਰੇ ਬੁਰਾ ਹਾਲ ਸੀ। ਜੇ ਇਹ ਆਵਾਜ਼ਾਂ ਮੈਨੂੰ ਕੱਲੀ ਨੂੰ ਹੀ ਸੁਣਾਈ ਦੇ ਰਹੀਆਂ, ਇਹਦਾ ਮਤਲਬ ਕੋਈ ਭੂਤ ਪ੍ਰੇਤ ਤਾਂ ਨਹੀਂ। ਇਹ ਸੋਚ ਕੇ ਮੈਂ ਕੰਬਣ ਲੱਗੀ। ਹੁਣ ਤਾਂ ਮੈਂ ਇਸ ਹਵੇਲੀ ਵਿੱਚ ਇੱਕ ਦਿਨ ਵੀ ਨਹੀਂ ਰੁਕਣਾ। ਅਗਲੀ ਸਵੇਰ ਮੈਂ ਸ਼ਹਿਰ ਜਾਣ ਦੀ ਜਿੱਦ ਕਰਨ ਲੱਗੀ। ਮੈਂ ਪੰਕਜ ਨੂੰ ਕਿਹਾ, ਮੈਨੂੰ 2 ਦਿਨਾਂ ਤੋਂ ਕਿਸੇ ਦੇ ਚਿਲਾਉਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ, ਜਿਵੇਂ ਕੋਈ ਲੜਕੀ ਮਦਦ ਲਈ ਪੁਕਾਰ ਰਹੀ ਹੋਵੇ। ਪੰਕਜ ਮੈਨੂੰ ਵਾਰ-ਵਾਰ ਦੇਖ ਰਿਹਾ ਸੀ ਤੇ ਨਜ਼ਰਾਂ ਚੁਰਾ ਰਿਹਾ ਸੀ। ਪੰਕਜ ਨੇ ਮੈਨੂੰ ਕਿਹਾ, ਇਸ ਹਵੇਲੀ ਵਿੱਚ ਸਾਏ ਰਹਿੰਦੇ ਆ, ਜਿਸ ਦੀਆਂ ਆਵਾਜ਼ਾਂ ਕਿਸੇ ਨੂੰ ਹੀ ਸੁਣਾਈ ਦਿੰਦੀਆਂ, ਪਰ ਉਹਨਾਂ ਨੇ ਸਾਨੂੰ ਕਦੇ ਨੁਕਸਾਨ ਨਹੀਂ ਪਹੁੰਚਾਇਆ, ਵਰਨਾ ਮੇਰੀਆਂ ਭਾਬੀਆਂ ਇੱਥੇ ਕਿਵੇਂ ਰਹਿ ਸਕਦੀਆਂ ਸੀ। ਮੈਨੂੰ ਪੰਕਜ ਦੀਆਂ ਗੱਲਾਂ ਤੋਂ ਚੈਨ ਨਹੀਂ ਮਿਲ ਰਿਹਾ ਸੀ। ਸਵੇਰੇ ਨਾਸ਼ਤੇ ਦੇ ਟੇਬਲ ਤੇ ਜੇਠ ਜੀ ਨੇ ਪੰਕਜ ਨੂੰ ਪੁੱਛਿਆ ਕਿ ਤੂੰ ਦਿੱਲੀ ਕਦੋਂ ਵਾਪਸ ਜਾ ਰਿਹਾ। ਇਹ ਸੁਣ ਕੇ ਪੰਕਜ ਜੀ ਦੇ ਚਾਹ ਦਾ ਕੱਪ ਹੱਥ ਵਿੱਚ ਹੀ ਰਹਿ ਗਿਆ, ਲੇਕਿਨ ਮੈਂ ਦਿਲ ਹੀ ਦਿਲ ਵਿੱਚ ਖੁਸ਼ ਹੋ ਰਹੀ ਸੀ। ਪੰਕਜ ਆਪਣੇ ਵੱਡੇ ਭਰਾ ਤੋਂ ਬਹੁਤ ਡਰਦਾ ਸੀ। ਜੇਠ ਜੀ ਕਹਿਣ ਲੱਗੇ, ਅੱਜ ਸ਼ਾਮ ਤੱਕ ਦਿੱਲੀ ਜਾਣ ਦੀ ਤਿਆਰੀ ਕਰ ਤੇ ਉੱਥੋਂ ਦੇ ਕੰਮ ਜਾ ਕੇ ਦੇਖ। ਮੈਂ ਤਾਂ ਫੁੱਲੀ ਨਹੀਂ ਸਮਾ ਰਹੀ ਸੀ ਕਿ ਮੈਂ ਜਲਦੀ ਚਾਹ ਪੀ ਕੇ ਕੁਰਸੀ ਪਿੱਛੇ ਕਰ ਉੱਠ ਖੜੀ ਹੋਈ। ਮੇਰੇ ਜੇਠ ਜੀ ਮੈਨੂੰ ਕਹਿਣ ਲੱਗੇ, ਬਹੂ, ਅੱਜ ਤੂੰ ਨਾਸ਼ਤਾ ਠੀਕ ਨਾਲ ਕਿਉਂ ਨਹੀਂ ਕੀਤਾ? ਤਾਂ ਮੈਂ ਕਿਹਾ, ਮੈਂ ਆਪਣੇ ਤੇ ਪੰਕਜ ਜੀ ਦੀ ਪੈਕਿੰਗ ਕਰਨੀ ਆ, ਸ਼ਾਮ ਤੱਕ ਜਾਣਾ ਜੋ। ਮੇਰੀ ਗੱਲ ਸੁਣ ਕੇ ਜੇਠ ਜੀ ਪੰਕਜ ਜੀ ਨੂੰ ਘੂਰਨ ਲੱਗੇ ਤੇ ਕਹਿਣ ਲੱਗੇ, ਤੂੰ ਬਹੂ ਨੂੰ ਇਹ ਨਹੀਂ ਦੱਸਿਆ ਕਿ ਹੁਣ ਇਹ ਇੱਥੇ ਹੀ ਰਹੇਗੀ। ਉਹ ਕਹਿਣ ਲੱਗਿਆ, ਮੈਂ ਭੁੱਲ ਗਿਆ ਸੀ। ਇਹਨਾਂ ਦੀਆਂ ਇਹ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ। ਮੇਰੇ ਜੇਠ ਜੀ ਮੈਨੂੰ ਫਿਰ ਕਹਿਣ ਲੱਗੇ, ਬੇਟਾ, ਤੂੰ ਸਾਡੇ ਘਰ ਦੀ ਇੱਜ਼ਤ ਆ ਤੇ ਹਵੇਲੀ ਦੀਆਂ ਔਰਤਾਂ ਬਾਹਰ ਕਦਮ ਨਹੀਂ ਰੱਖਦੀਆਂ। ਹੁਣ ਇੱਥੇ ਹੀ ਰਹੇਗੀ ਤੇ ਪੰਕਜ ਦਿੱਲੀ ਜਾਊਗਾ। ਇਹ ਸੁਣ ਕੇ ਮੈਂ ਦੰਗ ਰਹਿ ਗਈ। ਮੈਂ ਗੁੱਸੇ ਨਾਲ ਆਪਣੇ ਕਮਰੇ ਵਿੱਚ ਚਲੀ ਗਈ, ਕਿਉਂਕਿ ਪੰਕਜ ਨੇ ਮੈਨੂੰ ਝੂਠ ਬੋਲਿਆ ਸੀ ਕਿ ਆਪਾਂ ਥੋੜ੍ਹੇ ਟਾਈਮ ਲਈ ਹੀ ਪਿੰਡ ਜਾਵਾਂਗੇ। ਥੋੜ੍ਹੇ ਟਾਈਮ ਬਾਅਦ ਪੰਕਜ ਆਪਣੇ ਕਮਰੇ ਵਿੱਚ ਆਇਆ ਤਾਂ ਮੈਂ ਰੋਣ ਲੱਗੀ। ਮੈਂ ਕਿਹਾ, ਮੈਂ ਇਸ ਭੂਤ ਬੰਗਲੇ ਵਿੱਚ ਨਹੀਂ ਰਹਿਣਾ ਤੇ ਮੈਨੂੰ ਕਿਉਂ ਝੂਠ ਬੋਲਿਆ? ਆਪਾਂ ਦਿੱਲੀ ਹੀ ਰਹਾਂਗੇ। ਉਹ ਮੇਰੇ ਕੋਲ ਆ ਕੇ ਬੈਠ ਗਿਆ ਤੇ ਬੜੇ ਹੀ ਪਿਆਰ ਨਾਲ ਬੋਲਿਆ, ਤੂੰ ਥੋੜ੍ਹੇ ਸਮੇਂ ਲਈ ਇੱਥੇ ਰਹਿ, ਉਵੇਂ ਹੀ ਰਹੀਂ ਜਿਵੇਂ ਇੱਥੋਂ ਦੀਆਂ ਔਰਤਾਂ ਰਹਿੰਦੀਆਂ, ਫਿਰ ਮੈਂ ਤੈਨੂੰ ਦਿੱਲੀ ਲੈ ਕੇ ਜਾਵਾਂਗਾ। ਮੈਂ ਕਿਹਾ, ਉਹ ਰਾਤ ਦੇ ਟਾਈਮ ਦੀਆਂ ਚੀਕਾਂ ਦੀ ਆਵਾਜ਼ ਮੇਰੀ ਜਾਨ ਕੱਢ ਦਿੰਦੀ ਆ। ਉਹ ਮੈਨੂੰ ਕਹਿਣ ਲੱਗੇ, ਤੂੰ ਚੀਕਾਂ 'ਤੇ ਧਿਆਨ ਨਾ ਦੇ, ਇੱਥੇ ਜੋ ਵੀ ਆ ਤੈਨੂੰ ਕੁਝ ਨਹੀਂ ਕਹੇਗਾ। ਮੈਂ ਤੇਰੇ ਨਾਲ ਇਹ ਵਾਅਦਾ ਕਰਦਾ, ਬਸ ਤੂੰ ਕਮਰਾ ਲੌਕ ਕਰਕੇ ਰੱਖਣਾ ਤੇ ਰਾਤ ਨੂੰ ਬਿਲਕੁਲ ਵੀ ਬਾਹਰ ਨਹੀਂ ਆਉਣਾ। ਪੰਕਜ ਦੀਆਂ ਗੱਲਾਂ ਨੇ ਮੈਨੂੰ ਬਹੁਤ ਜ਼ਿਆਦਾ ਡਰਾ ਦਿੱਤਾ ਸੀ। ਪੰਕਜ ਸ਼ਾਮ ਨੂੰ ਦਿੱਲੀ ਲਈ ਨਿਕਲ ਚੁੱਕਿਆ ਸੀ ਤੇ ਮੈਂ ਇਕੱਲੀ ਰਹਿ ਗਈ। ਅੱਜ ਫਿਰ ਰਾਤ ਉਹੀ ਚੀਕਾਂ ਦੀ ਆਵਾਜ਼ ਮੇਰੇ ਕੰਨੀ ਪਈ ਤੇ ਮੇਰੇ ਤੋਂ ਰਹਿ ਨਾ ਹੋਇਆ। ਮੈਂ ਉੱਠ ਕੇ ਕਿਚਨ ਵਿੱਚ ਚਲੀ ਗਈ। ਉੱਥੇ ਨੌਕਰਾਣੀ ਨੂੰ ਪੁੱਛਿਆ ਕਿ ਇਹ ਆਵਾਜ਼ਾਂ ਕਿੱਥੋਂ ਆ ਰਹੀਆਂ, ਤਾਂ ਉਹ ਮੇਰੇ ਅੱਗੇ ਹੱਥ ਜੋੜ ਕੇ ਖੜ ਗਈ ਤੇ ਕਹਿਣ ਲੱਗੀ, ਇਸ ਗੱਲ ਦਾ ਜ਼ਿਕਰ ਹਵੇਲੀ ਵਿੱਚ ਕਿਸੇ ਕੋਲ ਨਹੀਂ ਕਰਨਾ, ਵਰਨਾ ਬਹੁਤ ਬੁਰਾ ਹੋਊ।
ਨੌਕਰਾਣੀ ਦੀ ਗੱਲ ਸੁਣ ਕੇ ਮੈਨੂੰ ਇਹ ਜਾਣਨ ਦੀ ਚਾਹਤ ਹੋਣ ਲੱਗੀ। ਮੈਂ ਸੋਚਿਆ ਇਹ ਕੋਈ ਹੋਰ ਗੱਲ ਆ, ਇਸ ਗੱਲ ਦਾ ਪਤਾ ਲਗਾ ਕੇ ਹੀ ਰਹੂੰ। ਹੁਣ ਮੈਨੂੰ ਇਹ ਯਕੀਨ ਹੋ ਗਿਆ ਸੀ ਕਿ ਇਹ ਮਾਮਲਾ ਭੂਤ ਪ੍ਰੇਤ ਦਾ ਤਾਂ ਨਹੀਂ। ਦੂਜੇ ਦਿਨ ਰਾਤ ਹੋਣ ਤੋਂ ਪਹਿਲਾਂ ਹੀ ਮੈਂ ਖਿੜਕੀ ਰਾਹੀਂ ਜੇਠ ਜੀ ਦੇ ਕਮਰੇ ਵਿੱਚ ਜਾ ਕੇ ਲੁਕ ਗਈ। ਰਾਤ ਦੇ 1 ਵਜੇ ਮੇਰਾ ਜੇਠ ਰਜੀਵ ਉਸ ਕਮਰੇ ਵਿੱਚ ਆਇਆ ਤੇ ਸਾਹਮਣੇ ਸੋਫੇ 'ਤੇ ਬੈਠ ਗਿਆ। ਕੁਝ ਟਾਈਮ ਬਾਅਦ ਉਸ ਦਾ ਨੌਕਰ ਸ਼ਰਾਬ ਦੀ ਬੋਤਲ ਲੈ ਕੇ ਆ ਗਿਆ। ਸਾਹਮਣੇ ਟੇਬਲ 'ਤੇ ਰੱਖ ਦਿੱਤੀ। ਮੈਂ ਮੋਬਾਈਲ ਦਾ ਕੈਮਰਾ ਔਨ ਕਰ ਲਿਆ। ਥੋੜ੍ਹੇ ਟਾਈਮ ਬਾਅਦ 15 ਕੁ ਸਾਲ ਦੀ ਮਾਸੂਮ ਜਿਹੀ ਲੜਕੀ ਉਸ ਕਮਰੇ ਵਿੱਚ ਆਈ ਤੇ ਉੱਚੀ ਉੱਚੀ ਰੋ ਰਹੀ ਸੀ। ਬਾਰ-ਬਾਰ ਕਹਿ ਰਹੀ ਸੀ ਮੈਂ ਆਪਣੇ ਘਰੇ ਜਾਣਾ। ਉਹ ਨੌਕਰ ਉਸ ਨੂੰ ਕਮਰੇ ਅੰਦਰ ਧੱਕਾ ਦੇ ਕੇ ਗੇਟ ਬੰਦ ਕਰਕੇ ਚਲੇ ਗਏ। ਰਜੀਵ ਆਰਾਮ ਨਾਲ ਸੋਫੇ 'ਤੇ ਬੈਠਾ ਉਸ ਲੜਕੀ ਦੀ ਬੇਵਸੀ ਦਾ ਤਮਾਸ਼ਾ ਦੇਖ ਰਿਹਾ ਸੀ। ਉਹ ਬਹੁਤ ਹੀ ਜ਼ਿਆਦਾ ਰੋ ਰਹੀ ਸੀ ਤੇ ਦਰਵਾਜ਼ਾ ਖੜਕਾ ਰਹੀ ਸੀ, ਜਿਸ ਦੀਆਂ ਚੀਕਾਂ ਦੀ ਪੁਕਾਰ ਹਵੇਲੀ ਦੀਆਂ ਬੇਜਾਨ ਦੀਵਾਰਾਂ ਵਿੱਚ ਗੂੰਜ ਰਹੀ ਸੀ। ਉੱਥੋਂ ਦੇ ਲੋਕ ਇਸ ਜ਼ੁਲਮ ਉੱਤੇ ਬਿਲਕੁਲ ਚੁੱਪ ਸੀ। ਉਹ ਲੜਕੀ ਦਰਵਾਜ਼ਾ ਖੜਕਾ ਕੇ ਥੱਕ ਗਈ ਤੇ ਰਜੀਵ ਕੋਲ ਆ ਕੇ ਹੱਥ ਜੋੜ ਕੇ ਬਹਿ ਗਈ ਤੇ ਕਹਿਣ ਲੱਗੀ, ਸਾਹਿਬ ਮੈਨੂੰ ਛੱਡ ਦਿਓ, ਮੈਂ ਤੁਹਾਡੀ ਬੇਟੀ ਦੀ ਉਮਰ ਦੀ ਹਾਂ। ਉਸ ਦੀ ਗੱਲ ਸੁਣ ਕੇ ਮੇਰਾ ਜੇਠ ਗੁੱਸੇ ਵਿੱਚ ਉੱਠਿਆ ਅਤੇ ਉਸ ਦੇ ਵਾਲ ਫੜ ਕੇ ਉਸ ਨੂੰ ਕਿਹਾ, ਤੈਨੂੰ ਕਿਸੇ ਨੇ ਦੱਸਿਆ ਨਹੀਂ ਮੇਰੇ ਨਾਲ ਜਵਾਨ ਲੜਾਉਣ ਵਾਲੇ ਦਾ ਕੀ ਹਾਸਲ ਹੁੰਦਾ। ਫਿਰ ਉਸ ਨੂੰ ਬੈੱਡ 'ਤੇ ਜ਼ੋਰ ਦੇਣੇ ਸੁੱਟ ਦਿੱਤਾ ਤੇ ਉਸ ਦੀ ਗਰਦਨ 'ਤੇ ਪੈਰ ਰੱਖ ਕੇ ਮਾਰਨ ਲੱਗਾ। ਉਸ ਦਾ ਦਰਦ ਨਾਲ ਬੁਰਾ ਹਾਲ ਸੀ। ਮੈਂ ਵੀ ਇਹ ਸਭ ਦੇਖ ਰਹੀ ਸੀ। ਨਾ ਜਾਣੇ ਮੈਂ ਖੁਦ ਨੂੰ ਕਿਸ ਤਰ੍ਹਾਂ ਕਾਬੂ ਵਿੱਚ ਰੱਖਿਆ। ਲੜਕੀ ਦੀਆਂ ਚੀਕਾਂ ਨਿਕਲ ਰਹੀਆਂ ਸੀ। ਉਸ ਦੀਆਂ ਚੀਕਾਂ ਦੇ ਨਾਲ ਮੇਰੀ ਵੀ ਚੀਕ ਨਿਕਲ ਗਈ। ਰਜੀਵ ਨੂੰ ਪਤਾ ਲੱਗ ਗਿਆ ਸੀ ਕਿ ਉਸ ਦੇ ਕਮਰੇ ਵਿੱਚ ਹੋਰ ਵੀ ਕੋਈ ਆ। ਇਸ ਤੋਂ ਪਹਿਲਾਂ ਉਹ ਮੈਨੂੰ ਦੇਖਦਾ ਮੈਂ ਖਿੜਕੀ ਵਿੱਚੋਂ ਬਾਹਰ ਛਾਲ ਮਾਰ ਦਿੱਤੀ। ਜਿਸ ਰਸਤੇ ਕਮਰੇ ਵਿੱਚ ਆਈ ਸੀ ਉਸੇ ਰਸਤੇ ਚਲੀ ਗਈ। ਆਪਣੇ ਕਮਰੇ ਵਿੱਚ ਜਾਣ ਦੀ ਬਜਾਏ ਮੈਂ ਹਵੇਲੀ ਦੇ ਪਿੱਛੇ ਚਲੀ ਗਈ। ਹਵੇਲੀ ਵਿੱਚ ਹਲਚਲ ਮਹਿਸੂਸ ਹੋਈ। ਬਹੁਤ ਸਾਰੇ ਕਦਮਾਂ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਜਾ ਕੇ ਝਾੜੀਆਂ ਵਿੱਚ ਲੁਕ ਗਈ ਤੇ ਨੌਕਰ ਮੈਨੂੰ ਟਾਰਚ ਲੈ ਕੇ ਲੱਭ ਰਹੇ ਸੀ। ਮੈਂ ਤਾਂ ਸਾਹ ਲੈਣਾ ਵੀ ਭੁੱਲ ਗਈ ਸੀ। ਮੈਨੂੰ ਡਰ ਸੀ ਹੁਣ ਮੈਂ ਪਕੜੀ ਜਾਊਂਗੀ। ਕੁਝ ਦੇਰ ਬਾਅਦ ਨੌਕਰ ਉੱਥੋਂ ਚਲੇ ਗਏ ਤੇ ਮੈਂ ਸਕੂਨ ਦਾ ਸਾਹ ਲਿਆ। ਮੈਂ ਉੱਥੋਂ ਤੁਰ ਪਈ ਤੇ ਹੌਲੀ-ਹੌਲੀ ਪੁਲਿਸ ਥਾਣੇ ਪਹੁੰਚੀ। ਉੱਥੇ ਜਾ ਕੇ ਮੈਂ ਉਹ ਵੀਡੀਓ ਉਹਨਾਂ ਨੂੰ ਦਿਖਾਈ ਤਾਂ ਉਹਨਾਂ ਨੇ ਮੇਰੀ ਕੋਈ ਗੱਲ ਨਾ ਸੁਣੀ, ਕਿਉਂਕਿ ਮੇਰੇ ਜੇਠ ਦੀ ਵੱਡੇ ਲੋਕਾਂ ਨਾਲ ਉੱਠਣੀ ਬੈਠਣੀ ਸੀ। ਨਿਰਾਸ਼ ਹੋ ਕੇ ਮੈਂ ਉੱਥੋਂ ਮੁੜ ਆਈ। ਬੱਸ ਅੱਡੇ ਆ ਕੇ ਮੈਂ ਦਿੱਲੀ ਵਾਲੀ ਬੱਸ ਫੜ ਲਈ। ਦਿੱਲੀ ਪਹੁੰਚ ਕੇ ਮੈਂ ਆਪਣੇ ਪਾਪਾ ਜੀ ਦੇ ਦੋਸਤ ਦੇ ਘਰ ਗਈ। ਉਹ ਇੱਕ IPS ਆਫੀਸਰ ਸੀ। ਮੈਂ ਉਹਨਾਂ ਨੂੰ ਇਹ ਵੀਡੀਓ ਦਿਖਾਈ। ਮੇਰੀ ਵਜ੍ਹਾ ਨਾਲ ਉਸ ਪਿੰਡ ਵਿੱਚ ਇਹ ਚੱਲ ਰਿਹਾ ਘਿਨਾਉਣਾ ਖੇਲ ਖਤਮ ਹੋ ਗਿਆ। ਰਜੀਵ ਦੇ ਨਾਲ ਪੰਕਜ ਜੀ ਨੂੰ ਵੀ ਫੜ ਲਿਆ ਗਿਆ। ਉਹ ਲੋਕ ਪਿੰਡ ਦੀਆਂ ਗਰੀਬ ਕੁੜੀਆਂ ਨੂੰ ਫੜ ਕੇ ਉਹਨਾਂ ਨੂੰ ਗਲਤ ਕਰਕੇ ਦੂਜੇ ਦੇਸ਼ ਭੇਜਦੇ ਸੀ ਤੇ ਕੁਝ ਨੂੰ ਮਾਰ ਦਿੰਦੇ ਸੀ। ਮੇਰੇ ਪਤੀ ਦਿੱਲੀ ਵਿੱਚ ਵੀ ਇਹੀ ਕੁਝ ਕਰਦੇ ਸੀ, ਤਾਂ ਹੀ ਮੈਨੂੰ ਦਿੱਲੀ ਲੈ ਕੇ ਨਹੀਂ ਗਏ ਸੀ। ਫਿਰ ਮੈਂ ਪੰਕਜ ਜੀ ਤੋਂ ਤਲਾਕ ਲੈ ਲਿਆ, ਕਿਉਂਕਿ ਮੈਂ ਅਜਿਹੇ ਸ਼ਖਸ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਸੀ। ਮੈਨੂੰ ਖੁਸ਼ੀ ਸੀ ਕਿ ਮੇਰੀ ਵਜ੍ਹਾ ਨਾਲ ਬਹੁਤ ਸਾਰੀਆਂ ਲੜਕੀਆਂ ਬਚ ਗਈਆਂ ਸੀ। ਦੋਸਤੋ, ਉਮੀਦ ਕਰਦੇ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ।